सो अज का साडा टॉपिक है पैरालाइसिस अटैक। पैरालाइसिस अटैक जिहड़ा अजकल ये बीमारी बहुत तेज़ी नाल वध रही है। ठीक है, ये बीमारी क्यों वध रही है, क्यों हर देखते हैं कि आप आले दुआले के घरों दे विच हर जिहड़ा कि ओल्ड एज पीपल, चाहे वो कोई यंग भी आ 40 साल की उम्र तक आ, उहदे विच पैरालाइसिस का अटैक पाया जाता है। ठीक है, इस बीमारी का की कारण आ कि सानू पहले पता लग जाए कि ये बीमारी दे किद्दां असीं डिटैक्ट कर सकते हैं। ठीक है, कि पेशेंट इस बीमारी नूं सफ़र कर रहा, क्योंकि इस बीमारी में सानू यही पता कि जिहड़ा पेशेंट दा वो एक पासा जिहड़ा काम करना बंद कर दिंदा। बट ये जिहड़ा आ पैरालाइसिस कई तरह का आ। सो अगे जाके पूरी वीडियो देखो ताकि तुहानू पता लगे कि पैरालाइसिस किन्नी तरह का हुंदा, इहदे की कारण आ, किन्हां चीज़ां नाल असीं इह तों बच सकते हैं और इहदा किद्दां ट्रीटमेंट कीता जांदा। सो अज असीं पढ़ांगे पैरालाइसिस। सो वीडियो स्टार्ट करन तो पहला साडा चैनल सबसक्राइब करो। साडे चैनल का नाम है विजडम एजुकेशन पॉइंट RDC। सो Paralysis is the loss of voluntary muscle functions in one or more parts of body as a result of damage to the nervous system। Nervous system ਦੇ ਵਿੱਚ ਕਿਸੇ ਵੀ ਤਰ੍ਹਾਂ ਕੋਈ ਵੀ ਡੈਮੇਜ ਹੋ ਗਈ। ਠੀਕ ਹੈ, ਨਰਵਸ ਸਿਸਟਮ ਮਤਲਬ ਸਾਡੇ ਬ੍ਰੇਨ ਦੇ ਵਿੱਚ ਸਾਡੇ ਕੋਈ ਵੀ ਡੈਮੇਜ ਹੋ ਗਈ, ਚਾਹੇ ਉਹ ਕਿਸੇ ਵਜ੍ਹਾ ਕਰਕੇ ਹੋਈ, ਉਹਦੇ ਨਾਲ ਕੀ ਹੁੰਦਾ ਆ, ਸਾਡੀ ਬੋਡੀ ਦੇ ਵਿੱਚ ਜਿਹੜੇ ਵਲੰਟਰੀ ਮਸਲ ਜਿਹੜੇ ਆਪਣੇ ਆਪ ਕੰਮ ਕਰ ਰਹੇ ਆ, ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦੀ ਫੰਕਸ਼ਨਿੰਗ ਜਿਹੜੀ ਆ ਬੰਦ ਹੋ ਜਾਂਦੀ ਆ। ਉਸ ਵਜ੍ਹਾ ਦੇ ਕਰਕੇ ਸਾਨੂੰ ਜਿਹੜਾ ਆ ਪੈਰਾਲਾਈਸਿਸ ਅਟੈਕ ਅਧਰੰਗ ਹੋ ਜਾਂਦਾ ਪੇਸ਼ੈਂਟ ਨੂੰ। ਸੋ ਅੱਗੇ ਦ ਨਰਵਸ ਸਿਸਟਮ ਹੈਜ਼ 2 ਪਾਰਟਸ। ਠੀਕ ਹੈ, ਨਰਵਸ ਸਿਸਟਮ ਸਾਡੇ ਬ੍ਰੇਨ ਦੇ ਵਿੱਚ ਜਿਹੜਾ ਸਿਸਟਮ ਆ ਉਹਨੂੰ ਨਰਵਸ ਸਿਸਟਮ ਕਹਿੰਦੇ ਆ। ਉਹ ਜਿਹੜਾ 2 ਪਾਰਟਸ ਦਾ ਆ। ਠੀਕ ਹੈ, ਦ ਸੈਂਟਰਲ ਨਰਵਸ ਸਿਸਟਮ ਵਿਚ ਇਨਕਲੂਡਸ ਦਾ ਪੈਰੀਫੈਰਲ ਨਰਵਸ ਸਿਸਟਮ। ਠੀਕ ਹੈ, ਜਿਹੜਾ ਪੈਰੀਫੈਰਲ ਨਰਵਸ ਸਿਸਟਮ ਆ ਉਹ ਕੀ ਕਰਦਾ ਆ, ਨਰਵਸ ਹੁੰਦੀਆਂ ਉਹਦੇ ਵਿੱਚ। ਨਰਵਸ ਕੀ ਕਰਦੀਆਂ ਆ, ਜਿਹੜੀਆਂ ਸਾਡੇ ਬੋਡੀ ਤੋਂ ਬ੍ਰੇਨ ਤੱਕ ਸਿਗਨਲ ਪਹੁੰਚਾਉਣੀਆਂ ਆ। ਠੀਕ ਹੈ, ਬ੍ਰੇਨ ਤੱਕ ਬੋਡੀ ਚੋਂ ਬ੍ਰੇਨ ਤੱਕ ਸਿਗਨਲ ਕਿੱਦਾਂ ਪਹੁੰਚਦਾ ਆ, ਥਰੂ ਨਰਵਸ। ਸੋ ਇਹਨਾਂ ਦੇ ਵਿੱਚ ਕੋਈ ਵੀ ਡੈਮੇਜ ਹੋ ਗਈ ਤਾਂ ਉਹ ਫਰਦਰ ਜਿਹੜੀ ਅੱਗੇ ਜਾ ਕੇ ਪੈਰਾਲਾਈਸਿਸ ਦਾ ਰੂਪ ਲੈ ਲੈਂਦੀ ਆ। ਸੋ ਇਨ ਦਾ ਪੈਰੀਫੈਰਲ ਨਰਵਸ ਸਿਸਟਮ ਦਾ ਨਰਵ ਸੈਲਸ ਐਂਡ ਨਿਊਰੋਨਸ ਸਰਵ ਵੇਰੀਅਸ ਫੰਕਸ਼ਨਸ। ਠੀਕ ਹੈ, ਹੁਣ ਆਪਾਂ ਪਹਿਲੇ ਹੀ ਪੜ੍ਹਿਆ ਕਿ ਪੈਰੀਫੈਰਲ ਨਰਵਸ ਸਿਸਟਮ ਦੇ ਵਿੱਚ ਜਿਹੜੇ ਆ ਉਹ ਨਰਵ ਸੈਲਸ ਔਰ ਨਿਊਰੋਨਸ ਹੁੰਦੇ ਆ। ਠੀਕ ਹੈ, ਨਿਊਰੋਨਸ ਜਿਹੜੇ ਆ ਉਹ ਹੁਣ ਆਪਾਂ ਦੇਖਾਂਗੇ ਕਿ ਉਹਨਾਂ ਦਾ ਫੰਕਸ਼ਨ ਕੀ ਆ। ਫਸਟ ਹੈਗਾ ਮੋਟਰ ਨਿਊਰੋਨਸ। ਜਿਹੜੇ ਮੋਟਰ ਨਿਊਰੋਨਸ ਹੁੰਦੇ ਆ ਉਹ ਕੀ ਕਰਦੇ ਆ, ਉਹ ਰੈਗੂਲੇਟ ਕਰਦੇ ਆ ਮਸਲ ਮੂਵਮੈਂਟ। ਸਾਡੀ ਬੋਡੀ ਦੇ ਵਿੱਚ ਜਿਹੜੇ ਮੋਟਰ ਨਿਊਰੋਨਸ ਆ ਉਹ ਕਿਸੇ ਵੀ ਬੋਡੀ ਦੇ ਵਿੱਚ ਸਾਡੇ ਪਤਾ ਹੈ ਕਿ ਮਸਲਸ ਆ ਹਰ ਥਾਂ। ਠੀਕ ਹੈ, ਉਹ ਮਸਲਸ ਦੀ ਮੂਵਮੈਂਟਸ ਨੂੰ ਰੈਗੂਲੇਟ ਕਰਦੇ ਆ। ਨੈਕਸਟ ਹੈਗੇ ਆ ਸੈਂਸਰੀ ਨਿਊਰੋਨਸ। ਸੈਂਸਰੀ ਨਿਊਰੋਨਸ ਕੀ ਕਰਦੇ ਆ, ਸੈਂਡ ਇਨਫੋਰਮੇਸ਼ਨ ਅਬਾਊਟ ਪ੍ਰੈਸ਼ਰ, ਪੇਨ ਐਂਡ ਟੈਂਪਰੇਚਰ। ਬੋਡੀ ਦੇ ਵਿੱਚ ਕੋਈ ਵੀ ਠੀਕ ਹੈ, ਕੋਈ ਵੀ ਜਿਹੜਾ ਪ੍ਰੈਸ਼ਰ ਕ੍ਰੀਏਟ ਹੋਇਆ, ਪੇਨ ਸਾਨੂੰ ਤਾਂ ਫੀਲ ਹੁੰਦੀ ਆ ਕਰਕੇ ਸਾਡੀ ਬੋਡੀ ਦੇ ਵਿੱਚ ਸੈਂਸਰੀ ਨਿਊਰੋਨਸ ਆ। ਸੋ ਬੋਡੀ ਦੇ ਵਿੱਚ ਟੈਂਪਰੇਚਰ ਵੱਧਦਾ ਆ ਘਟਦਾ ਆ, ਉਹਦੀ ਸਾਨੂੰ ਸੈਂਸਿਟੀਵਿਟੀ ਕਿੱਦਾਂ ਪਤਾ ਲੱਗਦੀ ਕਿ ਸਾਡੀ ਬੋਡੀ ਗਰਮ ਆ ਠੰਡੀ ਆ, ਉਹ ਥਰੂ ਸੈਂਸਰੀ ਨਿਊਰੋਨਸ ਕਰਕੇ ਪਤਾ ਲੱਗਦੀ ਆ। ਨੈਕਸਟ ਪੈਰਾਲਾਈਸਿਸ ਅਕਰ ਵੈਨ ਨਰਵ ਸਿਗਨਲਸ ਆਰ ਇੰਟਰਪਟਡ ਐਜ਼ ਅ ਰਿਜ਼ਲਟ ਆਫ ਡੈਮੇਜ ਟੂ ਦਾ ਨਰਵ, ਸਪਾਈਨਲ ਕਾਰਡ ਔਰ ਬ੍ਰੇਨ। ਠੀਕ ਹੈ, ਹੁਣ ਕਹਿੰਦੇ ਪੈਰਾਲਾਈਸਿਸ ਕਿੱਦਾਂ ਹੁੰਦਾ ਆ, ਜਦੋਂ ਨਿਊਰੋਨਸ ਦਾ ਸਿਗਨਲ ਜਿਹੜਾ ਇੰਟਰਪਟਡ ਹੋ ਜਾਂਦਾ, ਜਾਨੀ ਖਰਾਬ ਹੋ ਜਾਂਦਾ, ਜਿੱਦਾਂ ਉਹਨਾਂ ਦਾ ਚੱਲਦਾ ਸਿਗਨਲ ਉਹ ਇੰਟਰਪਟ ਹੋ ਜਾਂਦਾ ਆ, ਚਾਹੇ ਉਹ ਡੈਮੇਜ ਹੋਈ ਹੋਵੇ ਨਰਵਸ ਦੀ, ਚਾਹੇ ਸਪਾਈਨਲ ਕਾਰਡ ਦੀ, ਚਾਹੇ ਬ੍ਰੇਨ ਦੀ ਡੈਮੇਜ ਹੋਈ ਹੋਵੇ। ਕਿਸੇ ਵੀ ਡੈਮੇਜ ਕਰਕੇ ਨਰਵ ਸਿਗਨਲ ਜਿਹੜਾ ਇੰਟਰਪਟ ਹੋ ਗਿਆ ਤਾਂ ਉਹ ਪੈਰਾਲਾਈਸਿਸ ਦਾ ਰੂਪ ਲੈ ਲੈਂਦਾ ਅੱਗੇ ਜਾ ਕੇ। ਨੈਕਸਟ ਆਪਾਂ ਇਹਦੀਆਂ ਟਾਈਪਸ ਪੜ੍ਹਾਂਗੇ। ਟਾਈਪਸ ਆਫ ਪੈਰਾਲਾਈਸਿਸ। ਡਾਕਟਰਸ ਕਲਾਸੀਫਾਈ ਪੈਰਾਲਾਈਸਿਸ ਬੇਸਡ ਔਨ ਫੋਲੋਇੰਗ ਕਰੈਕਟਰਿਸਟਿਕਸ। ਜਿਹੜੇ ਡਾਕਟਰ ਆ ਉਹ ਪੈਰਾਲਾਈਸਿਸ ਨੂੰ ਕਲਾਸੀਫਾਈ ਕਰਦੇ ਆ, ਥੋੜ੍ਹੀਆਂ ਜਿਹੀਆਂ ਆਪਾਂ ਕਰੈਕਟਰਿਸਟਿਕਸ ਦੇਖਦੇ ਹਾਂ। ਫਸਟ ਹੈਗਾ ਸਵੇਰਿਟੀ ਮਤਲਬ ਡਿਗਰੀ ਆਫ ਮਸਲ ਫੰਕਸ਼ਨ ਲਾਸ ਡਿਟਰਮਾਈਨਸ ਦਾ ਸਵੇਰਿਟੀ ਆਫ ਪੈਰਾਲਾਈਸਿਸ। ਸਵੇਰਿਟੀ ਮੀਨਸ ਕਿਸੇ ਵੀ ਮਸਲ ਦੀ ਫੰਕਸ਼ਨਿੰਗ ਕਿੰਨੀ ਜ਼ਿਆਦਾ, ਮਤਲਬ ਕਿੰਨੇ ਥੋੜ੍ਹੀ ਉਹਦੀ ਫੰਕਸ਼ਨ ਘਟਿਆ ਜਾਂ ਉਹਦਾ ਜ਼ਿਆਦਾ ਘਟਿਆ, ਉਸ ਸਵੇਰਿਟੀ ਉਹਨੂੰ ਆਪਾਂ ਕਹਿੰਦੇ ਸਵੇਰਿਟੀ। ਠੀਕ ਆ, ਅਤੇ ਉਹਦੇ ਵਜ੍ਹਾ ਨਾਲ ਕਿੰਨਾ, ਠੀਕ ਆ, ਸਵੇਰਿਟੀ ਮੀਨਸ ਡਿਗਰੀ ਆਫ ਮਸਲ ਫੰਕਸ਼ਨ, ਕਿਸੇ ਵੀ ਮਸਲ ਦੀ ਕਿੰਨੀ ਐਬਿਲਿਟੀ ਖਤਮ ਹੋਈ ਆ ਕਿ ਉਹਦਾ ਕੰਮ ਕਿੰਨਾ ਘਟਿਆ ਜਾਂ ਵਧਿਆ। ਠੀਕ ਹੈ, ਅੱਗੇ ਦੇਖੋ ਫੋਰ ਐਗਜ਼ਾਮਪਲ ਪਾਰਸ਼ੀਅਲ ਪੈਰਾਲਾਈਸਿਸ। ਪਾਰਸ਼ੀਅਲ ਹੁੰਦਾ ਹਾਫ। ਠੀਕ ਹੈ, ਪਾਰਸ਼ੀਅਲ ਪੈਰਾਲਾਈਸਿਸ ਕਾਜ਼ਿਜ਼ ਇਨਸਫੀਸ਼ੀਐਂਟ ਮਸਲ ਵੀਕਨੈਸ ਔਰ ਇੰਪੇਅਰਿੰਗ ਮੂਵਮੈਂਟ
ਮੂਵਮੈਂਟ ਪੀਪਲ ਵਿਦ ਪਾਰਸ਼ੀਅਲ ਪੈਰਾਲਾਈਸਿਸ ਰਿਟੇਨ ਅ ਸਮਾਲ ਡਿਗਰੀ ਆਫ ਕੰਟਰੋਲ ਓਵਰ ਦਾ ਅਫੈਕਟਡ ਮਸਲਸ। ਠੀਕ ਹੈ, ਹੁਣ ਪਾਰਸ਼ੀਅਲ ਪੈਰਾਲਾਈਸਿਸ ਦੇ ਵਿੱਚ ਕੀ ਹੁੰਦਾ ਹੈ, ਮਸਲ ਦੇ ਵਿੱਚ ਜੇ ਉਹ ਪੈਰਾਲਾਈਜ਼ ਹੋ ਗਿਆ ਉੱਥੇ ਤਾਂ ਬਟ ਉੱਥੇ ਜਿਹੜੀ ਮੂਵਮੈਂਟ ਹੁੰਦੀ ਆ, ਲਿਟਲ ਬਿਟ ਮੂਵਮੈਂਟ ਹੁੰਦੀ ਆ। ਨੈਕਸਟ ਹੈਗਾ ਕੰਪਲੀਟ ਪੈਰਾਲਾਈਸਿਸ ਅਕਰ ਵੈਨ ਅ ਪਰਸਨ ਕੈਨੋਟ ਮੂਵ ਅਫੈਕਟਡ ਬੋਡੀ ਪਾਰਟ। ਕਿਸੇ ਵੀ ਬੋਡੀ ਪਾਰਟ ਜਦੋਂ ਟੋਟਲੀ ਕੰਪਲੀਟਲੀ ਜਿਹੜਾ ਪੈਰਾਲਾਈਜ਼ ਹੋ ਗਿਆ ਉਹਨੂੰ ਆਪਾਂ ਕੰਪਲੀਟ ਪੈਰਾਲਾਈਜ਼ ਕਹਿੰਦੇ। ਉੱਥੇ ਕੋਈ ਮੂਵਮੈਂਟ, ਕੋਈ ਹਲਚਲ ਉਹਨੂੰ ਪੇਸ਼ੈਂਟ ਨੂੰ ਫੀਲ ਹੀ ਨਹੀਂ ਹੁੰਦੀ। ਨੈਕਸਟ ਹੈਗੀ ਆ ਡਿਊਰੇਸ਼ਨ। ਡਿਊਰੇਸ਼ਨ ਮੀਨਸ ਹਾਊ ਲੌਂਗ ਦਾ ਪੈਰਾਲਾਈਸਿਸ ਲਾਸਟ। ਠੀਕ ਹੈ, ਡਿਊਰੇਸ਼ਨ ਦੇ ਅਕੋਰਡਿੰਗ ਕਿੱਦਾਂ ਡਾਕਟਰਸ ਕਲਾਸੀਫਾਈ ਕਰਦੇ ਆ ਇਹਨੂੰ, ਕਿ ਦੇਖਦੇ ਆ ਕਿ ਕਿੰਨੇ ਲੰਬੇ ਸਮੇਂ ਤੱਕ ਜਿਹੜਾ ਆ ਉਹ ਪੈਰਾਲਾਈਸਿਸ ਪੇਸ਼ੈਂਟ ਨੂੰ ਰਹਿੰਦਾ। ਕਈ ਵਾਰੀ ਟੈਂਪਰੇਰੀ ਹੁੰਦਾ, ਕਈ ਵਾਰ ਪਰਮਾਨੈਂਟ ਹੁੰਦਾ ਆ। ਨੈਕਸਟ ਹੈਗਾ ਲੋਕੇਸ਼ਨ। ਲੋਕੇਸ਼ਨ ਲੋਕਲਾਈਜ਼ਡ। ਲੋਕਲਾਈਜ਼ਡ ਮੀਨਸ ਕਿਸੇ ਵੀ ਇੱਕ ਬੋਡੀ ਪਾਰਟ 'ਚ ਹੋਇਆ ਹੈ ਪੈਰਾਲਾਈਸਿਸ, ਮੀਨਸ ਚਾਹੇ ਉਹ ਫੇਸ 'ਤੇ ਹੋਇਆ, ਚਾਹੇ ਇਕੱਲੇ ਹੈਂਡਸ ਵਿੱਚ ਹੋਇਆ, ਇਕੱਲੇ ਫੀਟਸ ਦੇ ਵਿੱਚ ਹੋਇਆ, ਉਹਨੂੰ ਆਪਾਂ ਲੋਕਲਾਈਜ਼ਡ ਪੈਰਾਲਾਈਸਿਸ ਕਹਿੰਦੇ। ਨੈਕਸਟ ਹੈਗਾ ਜਰਨਲਾਈਜ਼ਡ। ਜਰਨਲਾਈਜ਼ਡ ਮੀਨਸ ਲਾਰਜ ਏਰੀਆ ਦੇ ਵਿੱਚ, ਬੋਡੀ ਦੇ ਵਿੱਚ ਲਾਰਜ ਏਰੀਆ ਦੇ ਵਿੱਚ ਪੈਰਾਲਾਈਜ਼ ਹੋ ਗਿਆ, ਜਿੱਦਾਂ ਹੋ ਗਿਆ ਮਲਟੀਪਲ ਪਾਰਟਸ ਆਫ ਬੋਡੀ। ਠੀਕ ਹੈ, ਬੋਡੀ ਦੇ ਜ਼ਿਆਦਾ ਪਾਰਟਸ ਦੇ ਵਿੱਚ ਪੈਰਾਲਾਈਸਿਸ ਹੋ ਗਿਆ, ਉਹਨੂੰ ਆਪਾਂ ਜਰਨਲਾਈਜ਼ਡ ਪੈਰਾਲਾਈਜ਼ ਕਹਿੰਦੇ ਆ। ਨੈਕਸਟ ਟਾਈਪਸ ਇਹਦੀਆਂ ਪੈਰਾਲਾਈਸਿਸ ਦੀਆਂ ਕਿੱਦਾਂ ਆ, ਮੋਨੋਪਲੇਜ਼ੀਆ। ਫਸਟ ਹੈਗੀ ਮੋਨੋਪਲੇਜ਼ੀਆ। ਇਹਦੇ ਵਿੱਚ ਕੀ ਹੁੰਦਾ ਆ, ਦਿਸ ਅਫੈਕਟਸ ਦਾ ਵਨ ਆਰਮ ਸੱਚ ਐਜ਼ ਵਨ ਆਰਮ ਔਰ ਲੈਗ। ਠੀਕ ਆ, ਇਹਦੇ ਵਿੱਚ ਕੀ ਹੁੰਦਾ, ਮੋਨੋਪਲੇਜ਼ੀਆ ਦੇ ਵਿੱਚ ਜਾਂ ਪੇਸ਼ੈਂਟ ਦੀ ਵਨ ਆਰਮ ਅਫੈਕਟ ਹੁੰਦੀ ਜਾਂ ਵਨ ਲੈਗ ਅਫੈਕਟ ਹੁੰਦੀ ਆ, ਸਿਰਫ ਇੱਕ ਪਾਰਟ ਬੋਡੀ ਦਾ। ਨੈਕਸਟ ਹੈਗਾ ਹੈਮੀਪਲੇਜ਼ੀਆ। ਹੈਮੀਪਲੇਜ਼ੀਆ ਦੇ ਵਿੱਚ ਕੀ ਹੁੰਦਾ ਆ, ਵਨ ਆਰਮ ਐਂਡ ਵਨ ਲੈਗ ਔਨ ਦਾ ਸੇਮ ਸਾਈਡ। ਇੱਕੋ ਹੀ ਸਾਈਡ ਦੀ ਬਾਂਹ, ਇੱਕੋ ਹੀ ਸਾਈਡ ਦੀ ਜਿਹੜੀ ਪੇਸ਼ੈਂਟ ਦੀ ਲੈਗ ਆ ਉਹ ਅਫੈਕਟਡ ਹੁੰਦੀ, ਉੱਧਰਲੇ ਪਾਸੇ ਇੱਕ ਸਾਈਡ ਪੈਰਾਲਾਈਸਿਸ, ਪੂਰੀ ਇੱਕ ਸਾਈਡ ਚਾਹੇ ਰਾਈਟ ਹੋਈ ਚਾਹੇ ਲੈਫਟ ਹੋਈ, ਉਹ ਦੋ ਇੱਕੋ ਹੀ ਸਾਈਡ ਜਿਹੜੀ ਆ ਪੈਰਾਲਾਈਸਿਸ ਹੋ ਜਾਣੀ ਆ। ਨੈਕਸਟ ਹੈਗਾ ਪੈਰਾਪਲੇਜ਼ੀਆ। ਪੈਰਾਪਲੇਜ਼ੀਆ ਕੀ ਹੁੰਦਾ ਹੈ, ਲੋਅਰ ਬੋਡੀ ਦਾ ਪੈਰਾਲਾਈਸਿਸ, ਕੱਲੀਆਂ ਲੈਗਸ ਦਾ। ਠੀਕ ਹੈ, ਲੋਅਰ ਬੋਡੀ ਦਾ ਪੈਰਾਲਾਈਸਿਸ ਹੁੰਦਾ। ਨੈਕਸਟ ਹੈਗਾ ਕੁਆਡਰੀਪਲੇਜ਼ੀਆ। ਇਹਦੇ ਵਿੱਚ ਕੀ ਹੁੰਦਾ, ਬੋਥ ਆਰਮਸ ਐਂਡ ਲੈਗਸ ਜਿਹੜੀਆਂ ਆ, ਪੂਰੀ ਬੋਡੀ, ਜਿੱਦਾਂ ਕਹਿ ਦਈਏ ਬ੍ਰੇਨ ਨਹੀਂ ਆਪਣਾ, ਜਿਹੜੀਆਂ ਬੋਥ ਆਰਮਸ ਔਰ ਲੈਗਸ ਦਾ ਪੈਰਾਲਾਈਸਿਸ ਇਹਦੇ ਵਿੱਚ ਹੁੰਦਾ। ਨੈਕਸਟ ਠੀਕ ਹੈ, ਇਹ ਸੀਗੀਆਂ ਇਹਦੀਆਂ ਟਾਈਪਸ। ਨੈਕਸਟ ਹੈਗੇ ਆ ਸਿੰਪਟਮਸ। ਪੇਸ਼ੈਂਟ ਦੇ ਵਿੱਚ ਆਪਾਂ ਕੀ ਸਿੰਪਟਮਸ ਦੇਖਦੇ ਆ। ਠੀਕ ਹੈ, ਨਮਨੈਸ ਔਰ ਪੇਨ ਇਨ ਦਾ ਅਫੈਕਟਡ ਮਸਲ। ਕੋਈ ਵੀ ਜਿੱਥੇ ਵੀ ਪੈਰਾਲਾਈਸਿਸ ਹੋਇਆ ਉੱਥੇ ਪੇਸ਼ੈਂਟ ਦੇ ਜਿਹੜੀ ਆ ਪੇਨ ਹੁੰਦੀ ਆ। ਠੀਕ ਹੈ, ਮਸਲ ਵੀਕਨੈਸ ਹੋ ਜਾਂਦੀ ਆ, ਵਿਜ਼ੀਬਲ ਸਾਈਨ ਆਫ ਮਸਲ ਲਾਸ। ਠੀਕ ਹੈ, ਉੱਥੇ ਆਪਾਂ ਨੂੰ ਉਹਦੇ ਵਿਜ਼ੀਬਲ ਸਾਈਨ ਵੀ ਦਿਖਦੇ ਆ ਵੀ ਇੱਥੇ ਜਿਹੜੀ ਆ ਉਹਦੀ ਸਰਕੂਲੇਸ਼ਨ ਹੈ ਨਹੀਂ ਗੀ, ਤੇ ਠੀਕ ਹੈ ਉਹ ਸਟਿਫ ਹੋ ਜਾਂਦਾ ਆ। ਤੇ ਇਨਵੋਲੰਟਰੀ ਸਪਾਜ਼ਮ ਮੀਨਸ ਉੱਥੇ ਜਿਹੜੀ ਮਸਲ ਪੇਨ ਹੁੰਦੀ ਆ, ਪਤਾ ਹੀ ਨਹੀਂ ਲੱਗਦਾ ਪੇਸ਼ੈਂਟ ਨੂੰ ਕਿ ਮੇਰੇ ਬਹੁਤ ਅਜੀਬ ਤਰ੍ਹਾਂ ਦੀ ਪੇਨ ਹੁੰਦੀ ਆ। ਠੀਕ ਹੈ, ਨੈਕਸਟ ਹੈਗੇ ਆ ਇਹਦੇ ਕਾਜ਼ਿਸ, ਇਹਦੇ ਕਾਰਨ ਕੀ ਆ ਹੋਣ ਦੇ। ਠੀਕ ਹੈ, ਪੈਰਾਲਾਈਸਿਸ ਕਿਉਂ ਹੁੰਦਾ ਆ। ਹੁਣ ਸਾਨੂੰ ਪਤਾ ਹੈ ਕਿ ਜਿਹੜੀ ਟੈਕਨੋਲੋਜੀ ਐਡਵਾਂਸਮੈਂਟ ਹੋਣ ਦੇ ਨਾਲ ਠੀਕ ਹੈ ਅਸੀਂ ਟੋਟਲੀ ਮਸ਼ੀਨਾਂ 'ਤੇ ਡਿਪੈਂਡ ਹੋ ਗਏ ਆ। ਸੋ ਡਿਪੈਂਡ ਹੋਣ ਦੇ ਨਾਲ ਕੀ ਆ, ਸਾਡੀ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਘੱਟ ਗਈ ਆ, ਜਿਹਦੇ ਕਰਕੇ ਅਸੀਂ ਬਿਮਾਰੀਆਂ ਨੂੰ ਆਪ ਬੁਲਾਵਾ ਦੇ ਰਹੇ ਆ। ਸੋ ਇਸ ਕਰਕੇ ਇਹਨਾਂ ਦੇ ਕਾਰਨਾਂ ਬਾਰੇ ਜਾਣਨਾ ਸਾਨੂੰ ਬਹੁਤ ਜ਼ਰੂਰੀ ਆ। ਠੀਕ ਆ, ਫਸਟ ਇਹਦਾ ਕਾਰਨ ਹੈਗਾ ਸਟ੍ਰੋਕ। ਸਟ੍ਰੋਕ ਹੁੰਦਾ ਹੈ ਕਿ ਬ੍ਰੇਨ ਦੇ ਵਿੱਚ ਜਿਹੜੀ ਆ ਬਲੱਡ ਸਪਲਾਈ ਜਾਂਦੀ ਨਹੀਂ ਹੈਗੀ ਪ੍ਰੋਪਰਲੀ। ਠੀਕ ਹੈ, ਉਹਦੇ ਕਰਕੇ ਸਟ੍ਰੋਕ ਹੋ ਜਾਂਦਾ ਆ। ਜਦੋਂ ਬਲੱਡ ਸਪਲਾਈ ਨਹੀਂ ਕਿਤੇ ਵੀ ਜਾਣੀ ਤਾਂ ਇਟ ਮੀਨਸ ਉੱਥੇ ਡੈਮੇਜਿੰਗ ਹੋਣੀ ਸ਼ੁਰੂ ਹੋ ਜਾਣੀ, ਬ੍ਰੇਨ ਸੈਲਸ ਡੈਮੇਜ ਹੋਣ ਲੱਗ ਜਾਂਦੇ। ਇਹ ਇੱਕ ਕਾਰਨ ਆ ਜਿਹੜਾ ਪੈਰਾਲਾਈਸਿਸ ਨੂੰ ਅੱਗੇ ਜਾ ਕੇ ਜਿਹੜਾ ਆ ਪੈਰਾਲਾਈਸਿਸ ਹੋ ਜਾਂਦਾ ਪੇਸ਼ੈਂਟ ਨੂੰ। ਨੈਕਸਟ ਹੈਗਾ ਸਪਾਈਨਲ ਕਾਰਡ ਦੀ ਇੰਜਰੀ। ਕੋਈ ਵੀ ਸਾਡੀ ਰੀੜ੍ਹ ਦੀ ਹੱਡੀ ਸਪਾਈਨਲ ਕਾਰਡ ਦੇ ਵਿੱਚ ਇੰਜਰੀ ਹੋ ਗਈ, ਉਹ ਅੱਗੇ ਕੀ ਕਰਦੀ ਆ, ਫਰਦਰ ਪੈਰਾਲਾਈਸਿਸ ਨੂੰ ਠੀਕ ਹੈ ਉਹ ਕਰਦੀ ਆ। ਨੈਕਸਟ ਹੈਗਾ ਸੈਰੀਬਰਲ ਪਾਲਸੀ। ਸੈਰੀਬਰਲ ਪਾਲਸੀ ਹੁੰਦੀ ਆ ਕਿ ਬੱਚੇ ਦੇ ਬਰਥ ਤੋਂ ਪਹਿਲੇ ਜਿਹੜਾ ਉਹਦੀ ਬ੍ਰੇਨ ਦੀ ਆ ਐਬਨੋਰਮਲ ਡਿਵੈਲਪਮੈਂਟ ਹੋ ਜਾਂਦੀ ਆ, ਸਹੀ ਤਰੀਕੇ ਨਾਲ ਉਹਦਾ ਬ੍ਰੇਨ ਡਿਵੈਲਪ ਹੀ ਨਹੀਂ ਹੁੰਦਾ। ਨੈਕਸਟ ਮਲਟੀਪਲ ਸਕਲੈਰੋਸਿਸ। ਮਲਟੀਪਲ ਸਕਲੈਰੋਸਿਸ ਮੀਨਸ ਇਹਦੇ ਵਿੱਚ ਵੀ ਕੀ ਹੁੰਦਾ ਹੈ, ਜਿਹੜੇ ਇਹਦੇ ਵਿੱਚ ਕੀ ਹੁੰਦੀ ਆ, ਬਲੱਡ ਸਪਲਾਈ ਜਿਹੜੀ ਆ ਉਹ ਵੀ ਇੰਪੇਅਰ ਹੋ ਜਾਂਦੀ ਆ। ਚੰਗੀ ਤਰ੍ਹਾਂ ਜਦ ਬਲੱਡ ਸਪਲਾਈ ਨਹੀਂ ਹੋਣੀ ਹੈਗੀ ਤਾਂ ਉਹ ਫਰਦਰ ਜਾ ਕੇ ਜਿਹੜੀ ਕਲੌਟਿੰਗ ਹੋ ਜਾਂਦੀ ਆ ਨਰਵਸ ਦੇ ਵਿੱਚ, ਔਰ ਨਰਵ ਐਂਡਿੰਗਸ ਤੱਕ ਜਦੋਂ ਬ੍ਰੇਨ ਤੱਕ ਸਿਗਨਲ ਹੀ ਨਹੀਂ ਪਹੁੰਚਦਾ ਤਾਂ ਬਲੋਕੇਜ ਨਾਲ ਜਿਹੜੀ ਅੱਗੇ ਜਾ ਕੇ ਪੈਰਾਲਾਈਸਿਸ ਹੋ ਜਾਂਦਾ। A healthy nervous system sends information back and forth between the brain and rest of the body. Signals from brain travel down the spinal cord and into peripheral nervous system through the body. ਠੀਕ ਹੈ, ਇੱਕ ਕਹਿੰਦਾ ਹੈਲਦੀ ਹੈਲਦੀ ਜਿਹੜਾ ਆ ਨਰਵਸ ਸਿਸਟਮ ਆ ਉਹ ਇਨਫੋਰਮੇਸ਼ਨ ਬੋਡੀ ਤੋਂ ਬ੍ਰੇਨ ਤੱਕ ਠੀਕ ਹੈ ਥਰੂ ਨਰਵਸ ਪਹੁੰਚਾਉਂਦਾ ਆ। ਇਹਨਾਂ ਕਾਜ਼ਿਸ ਕਰਕੇ ਕੋਈ ਵੀ ਜਿਹੜੀ ਡੈਮੇਜ ਹੋ ਗਈ ਬੋਡੀ ਦੇ ਵਿੱਚ ਤਾਂ ਉਹ ਫਰਦਰ ਜਾ ਕੇ ਜਿਹੜਾ ਆ ਪੈਰਾਲਾਈਸਿਸ ਹੋ ਜਾਂਦਾ ਆ। ਦਾ ਪੈਰੀਫੈਰਲ ਨਰਵਸ ਸਿਸਟਮ ਰੈਗੂਲੇਟ ਮੈਨੀ ਫੰਕਸ਼ਨ। ਹੁਣ ਜਿਹੜਾ ਸਾਡਾ ਪੈਰੀਫੈਰਲ ਨਰਵਸ ਹੁੰਦੀਆਂ ਆ ਉਹ ਕਈ ਫੰਕਸ਼ਨਸ ਰੈਗੂਲੇਟ ਕਰਦੀਆਂ ਬੋਡੀ ਦੇ ਵਿੱਚ। ਕਿੱਦਾਂ ਫੰਕਸ਼ਨ ਉਹ ਚਲਾਉਣੀਆਂ, ਫਸਟ ਹੈਗਾ ਆਟੋਮੈਟਿਕ ਫੰਕਸ਼ਨ। ਸਾਡੀ ਬੋਡੀ 'ਚ
ਆਟੋਮੈਟਿਕ ਫੰਕਸ਼ਨਸ ਕਿਹੜੇ ਹੁੰਦੇ ਆ, ਅਸੀਂ ਬਰੀਥਿੰਗ ਲੈਂਦੇ, ਸਾਨੂੰ ਉਹਨੂੰ ਕੋਈ ਸੋਚਣਾ ਨਹੀਂ ਪੈਂਦਾ, ਕੋਈ ਕੁਛ ਨਹੀਂ ਕਰਨਾ ਪੈਂਦਾ, ਸਾਨੂੰ ਡਾਈਜੈਸ਼ਨ ਜਿਹੜੀ ਆ ਆਪਣੀ ਆਪ ਬੋਡੀ ਕਰ ਰਹੀ ਆ, ਠੀਕ ਆ। ਪੈਰੀਫੈਰਲ ਨਰਵਸ ਸਿਸਟਮ ਦਾ ਇਹੀ ਫੰਕਸ਼ਨ ਆ ਕਿ ਉਹ ਆਪਣੇ ਆਪ ਬਰੀਥਿੰਗ ਔਰ ਡਾਈਜੈਸ਼ਨ ਸਾਡੀ ਬੋਡੀ ਦੇ ਵਿੱਚ ਹੁੰਦਾ ਰਹਿੰਦਾ ਆ। ਸੋ ਨੈਕਸਟ ਹੈਗਾ ਵੋਲੰਟਰੀ ਮਸਲ ਮੂਵਮੈਂਟ ਜਿਹੜੀ ਆ ਸੱਚ ਐਜ਼ ਵਾਕਿੰਗ ਐਂਡ ਚੂਇੰਗ ਜਿਹੜੀ ਆ, ਠੀਕ ਆ, ਉਹ ਵੀ ਆਪਣੇ ਆਪ ਵੋਲੰਟਰੀ ਮਸਲ ਜਿਹੜੇ ਆ ਉਹਨਾਂ ਥਰੂ ਹੀ ਹੁੰਦੀ ਆ। ਸੋ ਪੈਰੀਫੈਰਲ ਨਰਵਸ ਸਿਸਟਮ ਇਹਦੇ ਵਿੱਚ ਹੈਲਪ ਕਰਦੀਆਂ ਆ। ਨੈਕਸਟ ਹੈਗਾ ਸੈਂਸਰੀ ਫੰਕਸ਼ਨਸ ਸੱਚ ਐਜ਼ ਪੇਨ, ਟੈਂਪਰੇਚਰ ਐਂਡ ਪ੍ਰੈਸ਼ਰ ਡਿਟੈਕਸ਼ਨ ਜਿਹੜੀ ਆ ਉਹ ਵੀ ਪੈਰੀਫੈਰਲ ਨਰਵਸ ਸਿਸਟਮ ਦੇ ਥਰੂ ਹੀ ਸਾਨੂੰ ਹੁੰਦੀ ਆ। ਪਹਿਲਾਂ ਵੀ ਆਪਾਂ ਇਹਦੇ ਬਾਰੇ ਪੜ੍ਹਿਆ ਕਿ ਸਾਨੂੰ ਪੇਨ ਜਿਹੜੀ ਫੀਲ ਹੁੰਦੀ ਜਾਂ ਟੈਂਪਰੇਚਰ ਪ੍ਰੈਸ਼ਰ ਡਿਟੈਕਸ਼ਨ ਜਿਹੜੀ ਹੁੰਦੀ ਆ, ਸਾਡੇ ਕੋਈ ਸੱਟ ਵੱਜਦੀ ਆ, ਸਾਨੂੰ ਉਹ ਸਾਰਾ ਕੁਝ ਜਿਹੜਾ ਆ ਪੈਰੀਫੈਰਲ ਨਰਵਸ ਸਿਸਟਮ ਕਰਕੇ ਹੀ ਫੀਲ ਹੁੰਦਾ ਆ। ਡੈਮੇਜ ਟੂ ਐਨੀ ਪਾਰਟ ਆਫ ਦੀ ਨਰਵਸ ਸਿਸਟਮ ਕੈਨ ਹੈਵ ਸਵੇਅਰ ਇਫੈਕਟ ਔਨ ਦਾ ਪਰਸਨਸ ਓਵਰਆਲ ਹੈਲਥ, ਠੀਕ ਆ। ਕਿਸੇ ਵੀ ਇਸ ਫੰਕਸ਼ਨ ਦੇ ਵਿੱਚ ਡੈਮੇਜ ਹੋ ਗਿਆ, ਨਰਵਸ ਸਿਸਟਮ ਦੇ ਵਿੱਚ ਡੈਮੇਜਿੰਗ ਹੋ ਗਈ ਤਾਂ ਉਹ ਪਰਸਨ ਦੀ ਕੰਪਲੀਟ ਹੈਲਥ 'ਤੇ ਬਹੁਤ ਜ਼ਿਆਦਾ ਬੈਡ ਇਫੈਕਟ ਪਾਉਂਦੀ ਆ, ਠੀਕ ਆ। ਇਕੱਲਾ ਪੈਰਾਲਾਈਸਿਸ ਨਹੀਂ, ਹੋਰ ਬਹੁਤ ਸਾਰੀਆਂ ਬਿਮਾਰੀਆਂ ਉਹਨੂੰ ਹੋ ਸਕਦੀਆਂ। ਨੈਕਸਟ ਹੁਣ ਆਪਾਂ ਇਹਦਾ ਪੜਾਂਗੇ ਕਿ ਟਰੀਟਮੈਂਟ ਕਿੱਦਾਂ ਕਰਦੇ ਆ ਇਹਦਾ ਪੈਰਾਲਾਈਸਿਸ ਦਾ, ਠੀਕ ਆ। ਫਸਟ ਹੈਗਾ ਫਿਜ਼ੀਕਲ ਥੈਰੇਪੀ। ਫਿਜ਼ੀਕਲ ਥੈਰੇਪੀ ਮੀਨਸ ਪੇਸ਼ੈਂਟ ਨੂੰ ਥੈਰੇਪੀਜ਼ ਦਿੱਤੀਆਂ ਜਾਂਦੀਆਂ, ਜਿੱਦਾਂ ਪੇਸ਼ੈਂਟ ਨੂੰ ਮਸਾਜ ਦਿੱਤੀ ਜਾਂਦੀ ਆ, ਠੀਕ ਆ, ਅਫੈਕਟਡ ਏਰੀਆ 'ਤੇ ਮਸਾਜ ਦਿੱਤੀ ਜਾਂਦੀ ਆ, ਤਾਂ ਉੱਥੇ ਹੀਟ ਥੈਰੇਪੀ ਦਿੱਤੀ ਜਾਂਦੀ ਤਾਂ ਕਿ ਪੇਸ਼ੈਂਟ ਨੂੰ ਕੰਫਰਟ ਫੀਲ ਹੋਵੇ। ਨੈਕਸਟ ਆਕੂਪੇਸ਼ਨਲ ਥੈਰੇਪੀ, ਪੇਸ਼ੈਂਟ ਦੀ ਡੇਲੀ ਰੂਟੀਨ 'ਤੇ ਕੰਸਨਟਰੇਟ ਕੀਤਾ ਜਾਂਦਾ ਕਿ ਉਹ ਕਿੱਦਾਂ ਉਹਦੀ ਰੂਟੀਨ ਸੀ ਪਹਿਲਾਂ, ਉਹਨੂੰ ਹੀ ਕੰਟੀਨਿਊ ਕਰਨ ਲਈ ਫੈਮਿਲੀ ਨੂੰ ਦੱਸਿਆ ਜਾਂਦਾ ਕਿ ਉਹਨੂੰ ਉੱਦਾਂ ਦੀ ਐਕਟੀਵਿਟੀਜ਼ ਦੇ ਨਾਲ, ਤਾਂ ਕਿ ਉਹਦਾ ਮਾਈਂਡ ਡਿਵਰਟ ਹੋ ਸਕੇ ਪੈਰਾਲਾਈਸਿਸ ਤੋਂ, ਕਿਉਂਕਿ ਹੋਰ ਤਾਂ ਇਹਦਾ ਕੋਈ ਇਲਾਜ ਹੈ ਨਹੀਂ। ਜਸਟ ਆਪਾਂ ਪੇਸ਼ੈਂਟ ਦਾ ਮਾਈਂਡ ਡਾਇਵਰਟ ਕਰਕੇ ਉਹਨੂੰ, ਠੀਕ ਹੈ, ਉਹਨੂੰ ਸਪੋਰਟ ਦੇ ਸਕਦੇ ਆ। ਨੈਕਸਟ ਹੈਗਾ ਮੋਬਿਲਿਟੀ ਡਿਵਾਈਸਿਸ। ਹੁਣ ਜਿੱਦਾਂ ਕਈ ਵਾਰ ਪੇਸ਼ੈਂਟ ਦਾ ਪੈਰਾਲਾਈਸਿਸ ਦੇ ਵਿੱਚ ਜਿਹੜਾ ਫੇਸ ਜਿਹੜਾ ਆ ਉਹ ਥੋੜ੍ਹਾ ਰੋਟੇਟ ਹੋ ਜਾਂਦਾ, ਠੀਕ ਆ, ਵਨ ਸਾਈਡ ਨੂੰ, ਇਸ ਕਰਕੇ ਉਹਨੂੰ ਬ੍ਰੇਸਿਸ ਔਰ ਵਾਕਰਸ ਜੇ ਉਹਦੇ ਜਾਣੀ ਕਿ ਵਨ ਸਾਈਡ ਅਫੈਕਟਡ ਆ, ਵੀਲ ਚੇਅਰਸ ਉਹਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਤਾਂ ਕਿ ਉਹਨੂੰ ਈਜ਼ੀ ਰਵੇ ਕਿ ਅੱਗੇ ਪੇਸ਼ੈਂਟ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਚਾਹੁੰਦਾ ਆ। ਨੈਕਸਟ ਮੈਡੀਕੇਸ਼ਨਸ, ਦਵਾਈ ਵੀ ਦਿੱਤੀ ਜਾਂਦੀ ਆ। ਸਰਜੀਕਲ ਐਂਪੂਟੇਸ਼ਨ ਵੀ ਕੀਤਾ ਜਾਂਦਾ ਕਈ ਕੇਸਿਸ ਦੇ ਵਿੱਚ, ਜਿਹੜਾ ਪੇਸ਼ੈਂਟ ਨੂੰ ਡਾਕਟਰ ਪ੍ਰੈਫਰ ਕਰਦੇ ਆ ਕਿ ਉਹ ਸਰਜੀਕਲ ਐਂਪੂਟੇਸ਼ਨ ਕਰਾਏ ਜਾਣ ਕਿ ਜਿਹੜਾ ਅਫੈਕਟਡ ਏਰੀਆ ਆ ਉਹਨੂੰ ਬੋਡੀ ਤੋਂ ਐਂਪੂਟੇਟ ਕੀਤਾ ਜਾਂਦਾ। ਨਰਵ ਟ੍ਰਾਂਸਫਰ ਸਰਜਰੀ। ਨਰਵ ਟ੍ਰਾਂਸਫਰ ਸਰਜਰੀ ਕਿਸੇ ਵੀ ਨਰਵ, ਹੁਣ ਆਪਾਂ ਪੜ੍ਹਿਆ ਕਿ ਨਰਵਸ ਦੇ ਥਰੂ ਹੀ ਸਿਗਨਲ ਜਾਂਦਾ ਹੈ, ਅਗਰ ਨਰਵਸ ਟ੍ਰਾਂਸਫਰ ਸਰਜਰੀ ਦੇ ਥਰੂ ਉਹ ਨਰਵਸ ਜਿਹੜੀ ਆ ਟ੍ਰਾਂਸਫਰ ਕਰ ਦਿੱਤੀ ਜਾਂਦੀ ਆ, ਉਹ ਨਰਵਸ ਦੇ ਥਰੂ ਉਹਦੀ ਟ੍ਰਾਂਸਫੋਰਮੇਸ਼ਨ ਕਰ ਦਿੱਤੀ ਜਾਂਦੀ ਆ ਥਰੂ ਸਰਜਰੀ। ਸੋ ਨੈਕਸਟ ਹੈਗਾ ਇਮੋਸ਼ਨਲ ਐਂਡ ਸੋਸ਼ਲ ਸਪੋਰਟ ਕੈਨ ਆਲਸੋ ਪਲੇ ਵਾਈਟਲ ਰੋਲ ਇਨ ਦਾ ਪਰਸਨਸ ਟਰੀਟਮੈਂਟ, ਠੀਕ ਆ। ਹੁਣ ਕੋਈ ਵੀ ਪੇਸ਼ੈਂਟ ਆ ਜਿਹੜਾ ਪੈਰਾਲਾਈਸਿਸ ਨੂੰ ਸਫਰ ਕਰ ਰਿਹਾ, ਠੀਕ ਆ, ਉਹਨੂੰ ਇਹ ਬਿਮਾਰੀ ਹੋ ਗਈ ਆ, ਉਹਨੂੰ ਆਪਾਂ ਇਮੋਸ਼ਨਲ ਤੇ ਸੋਸ਼ਲ ਸਪੋਰਟ ਨਾਲ ਹੀ ਸਪੋਰਟ ਕਰ ਸਕਦੇ ਹਾਂ। ਹੋਰ ਇਹਦੇ ਨਾਲ ਆਪਾਂ ਉਹਨਾਂ ਕੀ ਹੋਊਗਾ, ਉਹਦਾ ਪੇਸ਼ੈਂਟ ਦਾ ਜਿਹੜਾ ਆ ਮਨ ਹੋਰ ਪਾਸੇ ਪਊਗਾ ਅਤੇ ਉਹਨੂੰ ਜਿਹੜਾ ਸਟਰੈਸ ਘਟੂਗਾ ਇਸ ਬਿਮਾਰੀ ਤੋਂ। ਥੈਂਕ ਯੂ।